ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਕਿਸੇ ਅਫਸਰਾਂ ਨੇ ਜਾਂ ਕਿਸੇ ਦੀ ਵੀ ਮਿਲੀ ਭੁਗਤ ਹੋ ਸਕਦੀ ਆ, ਬੱਸ ਅੱਡੇ ਦੀ ਜੋ ਪਰਚੀ ਆ ਉਹਦੀ ਬੋਲੀ ਹੋਣ ਜਾ ਰਹੀ ਆ ਵੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਇਹਦੇ 'ਚ ਆਪਣਾ ਅਖਬਾਰਾਂ 'ਚ ਕਢਾ ਦਿੰਦੇ ਆ, ਅਖਬਾਰ ਵੀ ਖਰੀਦ ਲੈਂਦੇ ਆ। ਠੀਕ ਹੈ ਜੀ। ਬੋਲੀ ਆਪਣੀ ਅਨਾਊਂਸਮੈਂਟ ਕਰਾਉਂਦੇ ਆ, ਥੋੜ੍ਹੇ ਜਿਹੇ ਏਰੀਏ 'ਚ ਕਰਾ ਕੇ ਉਹਦੀ ਵੀਡੀਓ ਬਣਾ ਲੈਂਦੇ ਆ। ਇੱਕ ਜੋ ਨਗ ਪੂਰਤੀ ਆ ਉਹ ਕਰੀ ਜਾਂਦੀ ਆ ਵੀ ਤਾਂ ਕਿ ਸਾਡਾ ਹੋ ਜਾਵੇ ਵੀ ਹਾਂ ਲੋਕਾਂ 'ਚ ਗੱਲਬਾਤ ਗਈ ਆ। ਪਰ ਅਸੀਂ ਚੁਣੇ ਹੋਏ ਜੋ ਨੁਮਾਇੰਦੇ ਆ, ਸਾਨੂੰ ਬਕਾਇਦਾ ਲੈਟਰ ਆਉਂਦਾ ਹੁੰਦਾ ਵੀ ਅੱਜ ਤੁਹਾਡੀ ਮੀਟਿੰਗ ਹੋਣੀ ਹੈ, ਮੀਟਿੰਗ 'ਚ ਪ੍ਰੋਸੈਸ ਰੱਖਣਾ ਵੀ ਤਾਂ ਕਿ ਆਪਾਂ ਇਸ ਚੀਜ਼ ਨੂੰ ਕਿਤੇ ਸਿਰੇ ਲਾ ਸਕੀਏ। ਉਹਦੇ ਸੰਬੰਧ ਸਾਨੂੰ ਕੋਈ ਜਾਣਕਾਰੀ ਨਹੀਂ, ਨਾ ਸਾਨੂੰ ਕੋਈ ਲੈਟਰ ਆਇਆ। ਪਰ ਅਸੀਂ ਫਿਰ ਜਦੋਂ ਮੈਨੂੰ ਪਤਾ ਲੱਗਿਆ, ਮੈਂ ਆਪਣੇ ਸਾਰੇ ਕਾਉਂਸਲਰ ਬੁਲਾਏ, 8 ਕਾਉਂਸਲਰਾਂ ਦੇ ਸਾਡੇ ਸਾਈਨ ਆ। ਧਮਾਨ ਸਾਹਿਬ ਵੀ ਬਾਹਰ ਆਏ ਤੇ ਉਹਨਾਂ ਨੇ ਵੀ ਫੋਟੋ ਲਿੱਤੀ। ਅਸੀਂ ਕਾਰਜਸਾਧਕ ਅਫਸਰ ਈਓ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਵੀ ਇਹ ਇਸ ਨੂੰ ਕੈਂਸਲ ਕਰਿਆ ਜਾਵੇ, ਸਾਡੀ ਜਾਣਕਾਰੀ 'ਚ ਲਿਆਂਦੀ ਜਾਵੇ ਤਾਂ ਕਿ ਵਧੀਆ ਤਰੀਕੇ ਨਾਲ ਕੰਮ ਹੋ ਸਕੇ। ਔਰ ਮੋਰਿੰਡੇ ਦੀ ਜੋ ਪਰਚੀ ਹੈ 10,000 ਰੁਪਏ ਦੀ ਡੇਲੀ ਦੀ ਪਰਚੀ ਆ, 3-4 ਹਜ਼ਾਰ ਰੁਪਏ ਮਿਲੀ ਭੁਗਤ ਨਾਲ ਜਮ੍ਹਾਂ ਹੁੰਦਾ। ਮੈਂ ਪਹਿਲਾਂ ਵੀ ਇੱਕ ਇਹਨਾਂ ਨੇ ਆਪਣੇ ਅਸ਼ੋਕ ਪਥਰੀਆ ਜੀ ਜਦੋਂ ਈਓ ਸਾਹਿਬ ਹੁੰਦੇ ਤੇ ਉਹਨਾਂ ਨੇ ਆਪਣਾ ਇੱਕ ਚਹੇਤੇ ਨੂਰੇ ਠੇਕਾ ਦੇਤਾ ਵਿੱਚੇ ਵਿੱਚ ਵੀ ਕੱਲ੍ਹ ਪਤਾ ਲੱਗਣਾ। ਪਰ ਅਸੀਂ ਪੂਰੇ ਜਾਗਰੂਕ ਹਾਂ, ਅਸੀਂ ਇਹੋ ਜਿਹੀ ਘਪਲੇਬਾਜ਼ੀ ਕਦੇ ਨਹੀਂ ਹੋਣ ਦਿੰਦੇ। ਮੈਂ ਜਿਹੜਾ ਸੀਵਰੇਜ ਦਾ ਕੰਮ ਆ ਉਹਦੇ ਬਾਰੇ ਮੈਂ RTI ਪਾਈ ਸੀ ਅਤੇ RTI ਦੇ ਵਿੱਚ 3 ਮਹੀਨੇ ਦਾ ਟਾਈਮ ਆ ਵੀ ਸੀਵਰੇਜ ਦਾ ਕੰਮ ਕੰਪਲੀਟ ਕਰਨ ਨੂੰ ਜਦੋਂ ਵੀ ਸ਼ੁਰੂ ਹੋ ਜਾਵੇ। ਪਰ ਉਹਦੇ ਵਿੱਚ ਜੇ ਕਿਸੇ ਦੀ ਟੂਟੀ ਕਿਸੇ ਦੀ ਸਲੈਬ ਟੁੱਟ ਗਈ ਤਾਂ ਸੀਵਰੇਜ ਬੋਰਡ ਦੇ ਠੇਕੇਦਾਰਾਂ ਨੇ ਕੰਮ ਕਰਨਾ ਹੁੰਦਾ, ਪਰ ਉਹ ਬਿਲਕੁਲ ਨਹੀਂ ਕਰ ਰਹੇ। ਲੋਕਾਂ ਦਾ ਨੁਕਸਾਨ ਹੋ ਰਿਹਾ। ਲੋਕਾਂ ਨੂੰ ਆਪ ਜੇ ਮੰਨ ਲਓ ਕਿਸੇ ਦੇ ਘਰ ਸੀਵਰੇਜ ਪੱਟ ਹੋ ਰਹੀ ਘਰ ਮੂਹਰੇ, ਤਾਂ ਲੋਕਾਂ ਨੂੰ 1000 2,000 ਰੁਪਏ ਲਾ ਕੇ ਟੂਟੀਆਂ ਦਾ ਕੰਮ ਹੋਰ ਖੱਜਲ ਖੁਆਰੀ ਹੋ ਰਹੀ ਆ। ਪ੍ਰਸ਼ਾਸਨ ਨੇ ਜਿਹੜੇ ਠੇਕੇਦਾਰਾਂ ਨਾਲ ਮਿਲੀ ਭੁਗਤ ਆ, ਇਹਨਾਂ ਦੀ ਸੀਵਰੇਜ ਬੋਰਡ ਦੇ ਅਫਸਰਾਂ ਦੀ ਪੂਰੀ ਮਿਲੀ ਭੁਗਤ ਹੈ। ਇਹਦੇ ਨਾਲ ਇਹਨਾਂ ਨੇ ਕੰਮ ਆ ਜੋ ਗੰਦਾ ਕਰਿਆ ਹੋਇਆ। ਬਿਲਕੁਲ ਜੀ ਅਫਸਰ ਇਸੇ ਚੀਜ਼ ਦਾ ਨਜਾਇਜ਼ ਫਾਇਦਾ ਲੈ ਰਹੇ ਆ ਵੀ ਇਹਨਾਂ ਦਾ ਨਗਰ ਕੌਂਸਲ ਦਾ ਪ੍ਰਧਾਨ ਨਹੀਂ ਬਣਿਆ। ਅਤੇ ਸਾਡੀ ਇੱਕ ਵਾਰੀ ਜਦੋਂ ਬੇਸ਼ੱਕ ਸਟੇ ਹੋਈ ਹੈ ਮੇਨ ਪ੍ਰਧਾਨਗੀ 'ਤੇ, ਵਾਈਸ ਪ੍ਰਧਾਨ ਵਾਸਤੇ ਅਸੀਂ ਕਈ ਵਾਰੀ ਜੋ ਰਜਮਾਈ ਕਰੀ ਹੈ, ਇੱਕ ਵਾਰੀ ਸਾਡੀ ਕੈਂਸਲ ਹੋ ਗਈ, ਦੁਬਾਰੇ ਅਸੀਂ ਫੇਰ ਰੱਖ ਰਹੇ ਹਾਂ। ਸਾਡੇ ਸਾਰੇ ਟੱਚ 'ਚ ਆ ਪੂਰੇ MC, ਔਰ ਸਾਡਾ ਬਹੁਮਤ ਨਾਲੇ ਵਧੀਆ ਤਰੀਕੇ ਨਾਲ ਅਸੀਂ ਪ੍ਰਧਾਨ ਚੁਣ ਕੇ ਵਧੀਆ ਵਿਕਾਸ ਕਰਾਵਾਂਗੇ। ਪਰ ਉਹਨਾਂ ਚਿਰ ਅਫਸਰਾਂ ਨੂੰ ਇਹ ਹੈ ਵੀ ਇਹਨਾਂ ਦਾ ਨਾ ਚੁਣ ਹੋਵੇ, ਇਹ ਲੜਾ ਕੇ ਰਾਜੀ ਆ ਵੀ ਤਾਂ ਕਿ ਜੋ ਸਾਡਾ ਸਿੱਕਾ ਇਹਨਾਂ ਦਾ ਚੱਲਦਾ ਰਹੇ। ਆਹੀ ਕਮੀ ਹੈ ਮਹਿਸੂਸ ਕਰ ਰਹੇ ਹਾਂ ਅਸੀਂ। ਤਕਰੀਬਨ ਮੇਰੇ ਖਿਆਲ 'ਚ ਅਸੀਂ ਪ੍ਰੋਸੈਸ ਸ਼ੁਰੂ ਕਰਿਆ ਹੋਇਆ। 1 ਮਹੀਨੇ ਦੇ ਵਿੱਚ ਅਸੀਂ ਨਗਰ ਕੌਂਸਲ ਦਾ ਜੋ ਵਾਈਸ ਪ੍ਰਧਾਨ ਆ ਚੁਣ ਕੇ ਸਾਡੀ ਸੀਟ 'ਤੇ ਬੈਠੂਗਾ ਤਾਂ ਕਿ ਵਧੀਆ ਵਿਕਾਸ ਹੋਵੇ। ਇਹ ਜ਼ਰੂਰ ਨਹੀਂ ਵੀ ਮੈਂ ਬਣਨਾ ਜਾਂ ਕਿਸੇ ਹੋਰ ਨੇ ਬਣਨਾ, ਸਾਨੂੰ ਤਾਂ ਇਹ ਵੀ ਕੋਈ ਇਮਾਨਦਾਰ ਆਵੇ, ਵਧੀਆ ਰਲ ਮਿਲ ਕੇ ਵਧੀਆ ਤਰੀਕੇ ਨਾਲ ਅਸੀਂ ਕੰਮ ਕਰ ਸਕੀਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ। ਮੈਂ ਤੁਹਾਡੇ ਨਾਲ ਹਰਵਿੰਦਰ ਸਿੰਘ। ਅੱਜ ਪਹੁੰਚੇ ਹਾਂ ਨਗਰ ਕੌਂਸਲ ਮੋਰਿੰਡਾ ਦੇ ਵਿੱਚ, ਜਿੱਥੇ ਕਿ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਹੈ ਜਿੱਥੇ ਹਨ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਨੇ ਅੱਜ ਜੋ ਹੈ ਮੋਰਿੰਡਾ ਦੇ ਵਿੱਚ ਜੋ ਮੋਰਿੰਡਾ ਬੱਸ ਸਟੈਂਡ ਦੀ ਜੋ ਕਲੈਕਸ਼ਨ ਦੀ ਜੋ ਬੋਲੀ ਹੋਣੀ ਸੀ, ਉਹਨਾਂ ਨੇ ਉਸ ਦਾ ਵਿਰੋਧ ਕੀਤਾ ਹੈ। ਆਪਾਂ ਜਾਣਦੇ ਹਾਂ ਕਿ ਉਹ ਕਿਸ ਕਾਰਨ ਹੈ ਜੋ ਉਹ ਇਸ ਜੋ ਕਲੈਕਸ਼ਨ ਦਾ ਉਹਨਾਂ ਨੇ ਇੱਕ ਪੱਤਰ ਲਿਖ ਕੇ ਸਾਹਿਬ ਉਹਨਾਂ ਨੂੰ ਪੱਤਰ ਲਿਖਿਆ ਹੈ ਕਿ ਇਸ ਦੀ ਜੋ ਬੋਲੀ ਹੈ ਕੁਝ ਸਮੇਂ ਲਈ ਰੱਦ ਕੀਤੀ ਜਾਵੇ। ਆਪਾਂ ਜਾਣਦੇ ਹਾਂ ਉਹਨਾਂ ਤੋਂ ਜੇ ਕੀ ਕਾਰਨ ਆ ਕਿ ਜੋ ਬੋਲੀ ਨੂੰ ਹੈ ਜੋ ਰੱਦ ਕਰਨਾ ਪਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਲੋਕ ਮਸਲੇ ਚੈਨਲ 'ਚ। ਸਤਿ ਸ਼੍ਰੀ ਅਕਾਲ ਜੀ, ਮੈਂ ਕਾਉਂਸਲਰ ਜੀ ਰਾਜਪ੍ਰੀਤ ਸਿੰਘ ਰਾਜੀ, ਵਾਰਡ ਨੰਬਰ 15 ਤੋਂ। ਅੱਜ ਜਦੋਂ ਮੈਂ ਸਵੇਰੇ ਦਫ਼ਤਰ ਰੋਜ਼ ਦੀ ਤਰ੍ਹਾਂ 9 ਵਜੇ ਉਰੇ ਆਉਂਦਾ, ਸ਼ਾਮ ਨੂੰ 5 ਵਜੇ ਤੱਕ ਡਿਊਟੀ ਦੇ ਕੇ ਜਾਂਦਾ ਤਾਂ ਕਿ ਜੋ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਹੋ ਸਕੇ। ਅੱਜ ਜਦੋਂ ਮੈਨੂੰ ਪਤਾ ਲੱਗਿਆ ਕਿ ਅੱਜ ਬੱਸ ਅੱਡਾ ਮੋਰਿੰਡੇ ਦੀ ਬੋਲੀ ਆ ਔਰ ਸਾਈਕਲ ਸਟੈਂਡ ਦੀ ਬੋਲੀ ਆ, ਜਿਹਦੇ ਸੰਬੰਧ 'ਚ ਸਾਨੂੰ ਬਿਲਕੁਲ ਨਹੀਂ ਪਤਾ MCਆਂ ਨੂੰ, 15 ਦੇ 15 MC ਆ, ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਇਸ ਬਾਰੇ ਨੌਲੇਜ ਹੋਵੇ। ਹਾਲਾਂਕਿ ਸਾਨੂੰ ਵਾਰਡ 'ਚੋਂ ਹਰ ਇੱਕ ਵਾਰਡ 'ਚੋਂ 1000-1200 ਬੰਦੇ ਨੇ ਚੋਣ ਵੋਟਾਂ ਪਾ ਕੇ ਜਿਤਾਇਆ। ਔਰ ਪ੍ਰਸ਼ਾਸਨ ਨੇ ਬਹੁਤ ਮਿਹਨਤ ਕਰਕੇ, ਕਿੰਨੀ ਸਰਕਾਰ ਨੇ ਪੈਸਾ ਲਾ ਕੇ ਸਾਡੀ ਚੋਣ ਕਰਾਈ, ਕਿੰਨਾ ਪੈਸਾ ਲੱਗਿਆ ਗੌਰਮੈਂਟ ਦਾ, ਇਸ ਕਰਕੇ ਵੀ ਤਾਂ ਕਿ ਜੋ ਮੋਰਿੰਡੇ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਮਿਲ ਸਕੇ, ਕਿਸੇ ਕਿਸਮ ਦੀ ਘਪਲੇਬਾਜ਼ੀ ਨਾ ਹੋ ਸਕੇ। ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਕਿਸੇ ਅਫਸਰਾਂ ਨੇ ਜਾਂ ਕਿਸੇ ਦੀ ਵੀ ਮਿਲੀ ਭੁਗਤ ਹੋ ਸਕਦੀ ਆ, ਬੱਸ ਅੱਡੇ ਦੀ ਜੋ ਪਰਚੀ ਆ ਉਹਦੀ ਬੋਲੀ ਹੋਣ ਜਾ ਰਹੀ ਆ ਵੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਇਹਦੇ 'ਚ ਆਪਣਾ ਅਖਬਾਰਾਂ 'ਚ ਕਢਾ ਦਿੰਦੇ ਆ, ਅਖਬਾਰ ਵੀ ਖਰੀਦ ਲੈਂਦੇ ਆ। ਠੀਕ ਹੈ ਜੀ। ਬੋਲੀ ਆਪਣੀ ਅਨਾਊਂਸਮੈਂਟ ਕਰਾਉਂਦੇ ਆ, ਥੋੜ੍ਹੇ ਜਿਹੇ ਏਰੀਏ 'ਚ ਕਰਾ ਕੇ ਉਹਦੀ ਵੀਡੀਓ ਬਣਾ ਲੈਂਦੇ। ਇੱਕ ਜੋ ਨਗ ਪੂਰਤੀ ਆ ਉਹ ਕਰੀ ਜਾਂਦੀ ਆ ਵੀ ਤਾਂ ਕਿ ਸਾਡਾ ਹੋ ਜਾਵੇ ਵੀ ਹਾਂ ਲੋਕਾਂ 'ਚ ਗੱਲਬਾਤ ਗਈ ਆ। ਪਰ ਅਸੀਂ ਚੁਣੇ ਹੋਏ ਜੋ ਨੁਮਾਇੰਦੇ ਆ, ਸਾਨੂੰ ਬਕਾਇਦਾ ਲੈਟਰ ਆਉਂਦਾ ਹੁੰਦਾ ਵੀ ਅੱਜ ਤੁਹਾਡੀ ਮੀਟਿੰਗ ਹੋਣੀ ਹੈ, ਮੀਟਿੰਗ 'ਚ ਪ੍ਰੋਸੈਸ ਰੱਖਣਾ ਵੀ ਤਾਂ ਕਿ ਆਪਾਂ ਇਸ ਚੀਜ਼ ਨੂੰ ਕਿਤੇ ਸਿਰੇ ਲਾ ਸਕੀਏ। ਉਹਦੇ ਸੰਬੰਧ ਸਾਨੂੰ ਕੋਈ ਜਾਣਕਾਰੀ ਨਹੀਂ, ਨਾ ਸਾਨੂੰ ਕੋਈ ਲੈਟਰ ਆਇਆ। ਪਰ ਅਸੀਂ ਫਿਰ ਜਦੋਂ ਮੈਨੂੰ ਪਤਾ ਲੱਗਿਆ, ਮੈਂ ਆਪਣੇ ਸਾਰੇ ਕਾਉਂਸਲਰ ਬੁਲਾਏ, 8 ਕਾਉਂਸਲਰਾਂ ਦੇ ਸਾਡੇ ਸਾਈਨ ਆ। ਧਮਾਨ ਸਾਹਿਬ ਵੀ ਬਾਹਰ ਆਏ ਤੇ ਉਹਨਾਂ ਨੇ ਵੀ ਫੋਟੋ ਲਿੱਤੀ। ਅਸੀਂ ਕਾਰਜਸਾਧਕ ਅਫਸਰ ਈਓ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ
ਵੀ ਇਸ ਨੂੰ ਕੈਂਸਲ ਕਰਿਆ ਜਾਵੇ, ਸਾਡੀ ਜਾਣਕਾਰੀ 'ਚ ਲਿਆਂਦੀ ਜਾਵੇ ਤਾਂ ਕਿ ਵਧੀਆ ਤਰੀਕੇ ਨਾਲ ਕੰਮ ਹੋ ਸਕੇ। ਔਰ ਮੋਰਿੰਡੇ ਦੀ ਜੋ ਪਰਚੀ ਹੈ 10,000 ਰੁਪਏ ਦੀ ਡੇਲੀ ਦੀ ਪਰਚੀ ਆ, 3-4 ਹਜ਼ਾਰ ਰੁਪਏ ਮਿਲੀ ਭੁਗਤ ਨਾਲ ਜਮ੍ਹਾਂ ਹੁੰਦਾ। ਮੈਂ ਪਹਿਲਾਂ ਵੀ ਇੱਕ ਇਹਨਾਂ ਨੇ ਆਪਣੇ ਅਸ਼ੋਕ ਪਥਰੀਆ ਜੀ ਜਦੋਂ ਈਓ ਸਾਹਿਬ ਹੁੰਦੇ ਤੇ ਉਹਨਾਂ ਨੇ ਆਪਣਾ ਇੱਕ ਚਹੇਤੇ ਨੂਰੇ ਠੇਕਾ ਦੇਤਾ ਵਿੱਚੇ ਵਿੱਚ ਵੀ ਕੱਲ੍ਹ ਪਤਾ ਲੱਗਣਾ, ਪਰ ਅਸੀਂ ਪੂਰੇ ਜਾਗਰੂਕ ਹਾਂ, ਅਸੀਂ ਇਹੋ ਜਿਹੀ ਘਪਲੇਬਾਜ਼ੀ ਕਦੇ ਨਹੀਂ ਹੋਣ ਦਿੰਦੇ। ਔਰ ਜੋ ਈਓ ਸਾਹਿਬ ਹੋਣਾ ਮੋਰਿੰਡੇ ਮਨਵੀਰ ਸਿੰਘ ਗਿੱਲ ਜੀ, ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਆ, ਉਹਨਾਂ ਦੀ ਅੱਜ ਜੋ ਡਿਊਟੀ ਲੱਗੀ ਹੋਈ ਆ ਮੋਦੀ ਸਾਹਿਬ ਨੇ, ਪ੍ਰਧਾਨ ਮੰਤਰੀ ਜੀ ਨੇ ਆਉਣਾ ਤਾਂ ਉੱਧਰ ਲੱਗੀ ਆ, ਪਰ ਉਹ ਕਹਿੰਦੇ ਵੀ ਜਿਵੇਂ ਤੁਸੀਂ ਕਹੋਗੇ ਆਪਾਂ ਕੈਂਸਲ ਕਰ ਦਿੰਦੇ ਹਾਂ। ਮੈਨੂੰ ਲੱਗਦਾ ਵੀ ਕੈਂਸਲ ਕਰ ਦਿੱਤੀ ਹੋਣੀ ਆ, ਪਰ ਜਦੋਂ ਤੱਕ ਪ੍ਰਸ਼ਾਸਕ ਵਧੀਆ ਤਰੀਕੇ ਨਾਲ ਕੰਮ ਨਹੀਂ ਕਰਦਾ ਅਸੀਂ ਨਹੀਂ ਕਰਨ ਦੇਣਾ। ਵਧੀਆ ਕੰਮ ਕਰੇ ਤਰੀਕੇ ਨਾਲ, ਜਿਵੇਂ ਆਮ ਆਦਮੀ ਪਾਰਟੀ ਇਹ ਵੀ ਅਸੀਂ ਹਾਂ ਕੰਮ ਵਧੀਆ ਕਰਾਉਣਾ, ਅਸੀਂ ਧੱਤ ਪਰ ਬੈਠੇ ਹਾਂ ਵਧੀਆ ਕੰਮ ਹੋਣ ਦੇ ਨਾਲ ਅਸੀਂ ਜੀ ਆਇਆਂ ਨੂੰ, ਪਰ ਜੇ ਗਲਤ ਕਰੂੰਗੇ ਬਿਲਕੁਲ ਨਹੀਂ ਅਸੀਂ ਹੋਣ ਦੇਣਾ। ਸਰ ਤੁਸੀਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ, ਭਗਵੰਤ ਮਾਨ ਸਾਹਿਬ ਦੀ ਸਰਕਾਰ ਆ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੇ ਬਹੁਤ ਸਖਤ ਖਿਲਾਫ ਹਾਂ, ਪਰ ਤੁਸੀਂ ਜੋ ਅਕਸਰ ਮੀਡੀਆ ਦੇ ਵਿੱਚ ਹੈ ਜੋ ਮੋਰਿੰਡੇ ਦੇ ਵਿੱਚ ਵਿਕਾਸ ਕਾਰਜ ਹੋ ਰਹੇ ਹਨ ਜਾਂ ਹੋਰ ਮਿਊਨਿਸਪਲ ਕੌਂਸਲ ਦੇ ਕੰਮ ਜੋ ਜਿਨ੍ਹਾਂ ਵਿੱਚ ਕੁਝ ਤੁਸੀਂ ਬਿਲਕੁਲ ਵੀ ਸੰਤੁਸ਼ਟ ਨਹੀਂ ਲੱਗਦੇ, ਅਕਸਰ ਵਿਰੋਧ ਕਰਦੇ ਰਹਿੰਦੇ ਹੋ, ਅਜਿਹਾ ਕੀ ਕਾਰਨ ਹੈ ਕਿ ਤੁਸੀਂ ਸਰਕਾਰ ਦੇ ਜੋ ਕੰਮ ਹਨ ਇਮਾਨਦਾਰੀ ਦੇ, ਉਹਨਾਂ ਦਾ ਕਹਿਣਾ ਹੈ ਕਿ ਇਮਾਨਦਾਰੀ ਦੇ ਕੰਮ ਹੋ ਰਹੇ, ਤੁਸੀਂ ਉਹਨਾਂ ਤੋਂ ਕਿਉਂ ਸੰਤੁਸ਼ਟ ਨਹੀਂ ਹੋ? ਪਤਾ ਜੀ ਕਿਆ ਗੱਲ ਆ, ਜਦੋਂ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਸੀਗੇ, ਮੈਂ ਨਵਾਂ ਕੌਂਸਲਰ ਬਣਿਆ ਤਾਂ ਮੈਨੂੰ ਕੰਮ ਕਰਨ ਦਾ ਪੂਰਾ ਚਾਅ ਆ ਔਰ ਪੂਰਾ ਬੁਲੰਦ ਆਵਾਜ਼ ਨਾਲ ਜਾਂ ਕੰਮ ਕਰਨ ਦਾ ਸਾਡੇ 'ਚ ਜਜ਼ਬਾ ਹੈ। ਮੈਂ ਇੰਨੀਆਂ ਗਰਾਂਟਾਂ ਪਵਾਈਆਂ ਕਰੋੜਾਂ ਰੁਪਏ ਦਾ ਤਾਂ ਕਿ ਸਾਡਾ ਮੋਰਿੰਡਾ ਵਧੀਆ ਬਣ ਸਕੇ, ਪਰ ਅਫਸਰਾਂ ਦੀ ਮਿਲੀ ਭੁਗਤ ਨਾਲ ਸੀਵਰੇਜ ਬੋਰਡ ਔਰ ਵਾਟਰ ਸਪਲਾਈ ਨੇ ਉਸ ਪੈਸੇ ਦੀਆਂ ਧੱਜੀਆਂ ਡਾਈਆਂ। ਜਾ ਕੇ ਦੇਖ ਲਓ, ਮੇਰਾ ਵਾਰਡ ਪੱਟਿਆ ਪਿਆ ਔਰ ਵਾਰਡ ਵਾਸੀਆਂ ਨੇ ਕੌਂਸਲਰ ਨੂੰ ਕਹਿਣਾ ਹੁੰਦਾ, ਅਫਸਰ ਤੇ ਠੇਕੇਦਾਰ ਤਾਂ ਆਪਣਾ ਕਿਸੇ ਦੀ ਅਫਸਰ ਦੀ ਬਦਲੀ ਹੋ ਜਾਂਦੀ ਆ, ਠੇਕੇਦਾਰ ਨੇ ਆਪਣਾ ਕੰਮ ਕਰਨਾ, ਪੈਸੇ ਲੈ ਜਾਣੇ ਆ ਜਿਹੜੇ ਵਾਰਡ ਵਾਸੀਆਂ ਨੂੰ ਜਵਾਬ ਦੇ ਅਸੀਂ ਆ, ਇਹ ਬਿਲਕੁਲ ਕੰਮ ਵਧੀਆ ਨਹੀਂ ਕਰ ਰਹੇ। ਉੱਥੇ ਮੈਂ ਕਈ ਵਾਰੀ ਦਿੱਤਾ ਵੀ ਦੇਖੋ ਮਿੱਟੀ ਉਹ ਲੱਗ ਰਹੀ ਹੈ ਰੇਤੇ ਦੀ ਜਗ੍ਹਾ, ਮਾਟੀ ਇਹਦੇ ਤਹਿਤ ਵੀ ਕਈ ਵਾਰੀ ਪਾ ਕੇ ਮੰਗਿਆ ਵੀ ਕਿਆ ਇਹਦੇ ਵਿੱਚ ਲੱਗਣਾ ਚਾਹੀਦਾ, ਕਿਉਂਕਿ ਮੈਨੂੰ ਜਾਣਕਾਰੀ ਆ ਮਿਊਨਿਸਪਲ ਐਕਟ ਆ ਜਿਹਦੇ ਨਾਲ ਮੈਂ ਪੜ੍ਹ ਕੇ ਪੂਰੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਮੋਰਿੰਡੇ ਨੂੰ ਵਧੀਆ ਸੁਧਾਰ ਮਿਲ ਸਕੇ। ਪਰ ਇਹਨਾਂ ਨੇ ਜੋ ਮਿਲੀ ਭੁਗਤ ਨਾਲ ਇਹ ਕੰਮ ਕਰਿਆ, ਮੈਂ ਉਹਨਾਂ ਤੋਂ ਬਿਲਕੁਲ ਸੰਤੁਸ਼ਟ ਨਹੀਂ। ਇਹਨਾਂ ਤੋਂ ਮੈਂ ਵਿਜੀਲੈਂਸ ਨੂੰ ਵੀ ਹੋਰ ਡਿਪਟੀ ਕਮਿਸ਼ਨਰ ਤੱਕ ਬਹੁਤ ਵਾਰੀ ਜਾਂਚ ਵਾਸਤੇ ਭੇਜਤਾ, ਪਰ ਹਾਲੇ ਕੋਈ ਇਹਦੀ ਜਾਂਚ ਨਹੀਂ ਹੋਈ। ਮੈਂ MLA ਸਾਹਿਬ ਨੂੰ, ਚਰਨਜੀਤ ਚੰਨੀ ਜੀ ਨੂੰ ਤੇ ਭਗਵੰਤ ਮਾਨ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਵੀ ਜਿੰਨਾ ਕੰਮ ਹੋਵੇ ਵਧੀਆ ਹੋਵੇ। ਕਿੱਥੇ ਤਾਂ ਤੁਸੀਂ ਗੱਲ ਕਰਦੇ ਆ ਵੀ ਭ੍ਰਿਸ਼ਟ ਨਹੀਂ ਹੋਣੇ ਚਾਹੀਦੇ, ਸਾਡੇ ਅਫਸਰੇ ਮੋਰਿੰਡੇ ਦੇ ਭ੍ਰਿਸ਼ਟਾਂ ਦੇਖ ਲਓ, ਬਦਲੀਆਂ ਕਰਾ ਕੇ ਚਲੇ ਗਏ। ਇਸ ਕਰਕੇ ਜੋ ਮੋਰਿੰਡੇ ਨੂੰ ਵਧੀਆ ਚੀਜ਼ ਮਿਲ ਸਕੇ ਉਹੋ ਜਿਹੇ ਕੰਮ ਦਾ ਹੀ ਫਾਇਦਾ, ਬਾਕੀ ਦਾ ਕੋਈ ਫਾਇਦਾ ਨਹੀਂ। ਸਰ ਤੁਸੀਂ ਕਿੰਨੀ ਕੁ ਵਾਰ ਹੈ ਜਿਹੜੀ ਵਿਕਾਸ ਕਾਰਜਾਂ ਦੇ ਜਾਂਚ ਦੀ, ਵਿਜੀਲੈਂਸ ਜਾਂਚ ਦੀ ਕਿੰਨੀ ਕੁ ਵਾਰ ਮੰਗ ਕਰ ਚੁੱਕੇ ਹੋ? ਲੱਗ ਜੀ ਘੱਟੋ ਘੱਟ ਮੈਂ ਸਾਲ ਤੋਂ ਇਹੀ ਕੰਮ ਕਰ ਰਿਹਾ ਵੀ ਜੋ ਕੰਮ ਹੋਵੇ ਵਧੀਆ ਹੋਵੇ। ਹੁਣ ਸਾਡੇ ਮੋਰਿੰਡੇ ਹੀ ਦੇਖ ਲਓ, ਨਗਰ ਕੌਂਸਲ 'ਚ ਲੈਂਟਰ ਪਿਆ ਤਾਂ ਡਲੀਆਂ ਵਾਲਾ ਸੀਮੈਂਟ ਤਾਂ ਉਦੋਂ ਵੀ ਅਸੀਂ ਰੋਕਤਾ ਤਾਂ, ਨਾਲ ਬੰਦੇ ਹੋਰ ਵੀ ਤੇ ਸਾਡੇ, ਪਰ ਮੁੜ ਕੇ ਉਹਦੀ ਜਾਂਚ ਹੀ ਨਹੀਂ ਹੋ ਰਹੀ। ਉੱਥੇ ਤਾਂ ਉੱਥੇ ਹੀ ਕੰਮ ਖੜਦਾ, ਪਤਾ ਨਹੀਂ ਅਫਸਰ ਕਿਆ ਕਰਦੇ, ਕਿਆ ਇਹਨਾਂ ਨਾਲ ਮਿਲੀ ਭੁਗਤਾ, ਕਿਆ ਇਹਨਾਂ ਦਾ ਗੱਠ ਮਿੱਠਾ ਵੀ ਇਹ ਆਪਾਂ ਸਿਸਟਮ ਇਸ ਤਰ੍ਹਾਂ ਦਾ ਚਲਾਉਣਾ। ਸਰ ਜਿਸ ਤਰ੍ਹਾਂ ਕਿ ਜ਼ਿਆਦਾਤਰ ਪੰਜਾਬ ਸਰਕਾਰ ਬਹੁਤ ਭ੍ਰਿਸ਼ਟ ਅਫਸਰਾਂ ਨੂੰ ਹੈਗੀ ਹੈ ਜਿਹੜਾ ਹੱਥ ਪਾ ਰਹੀ ਹੈ, ਬੜੇ ਜੋ ਮੰਤਰੀ ਹਨ ਉਹ ਵੀ ਜੇਲ੍ਹਾਂ ਵਿੱਚ ਜਾ ਰਹੇ ਹਨ, ਤੁਸੀਂ ਕੀ ਮੰਨਦੇ ਹੋ ਕਿ ਤੁਹਾਡੀ ਕੋਈ ਜਾਂਚ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਾਂ ਤੁਸੀਂ ਵਾਰ-ਵਾਰ ਇਹ ਮੀਡੀਆ ਵਿੱਚ ਗੱਲਾਂ ਰੱਖ ਰਹੇ ਹੋ ਕਿ ਜੋ ਅਫਸਰ ਹਨ ਉਹ ਭ੍ਰਿਸ਼ਟ ਹਨ, ਉਹ ਵਿਕਾਸ ਕਾਰਜਾਂ ਵਿੱਚ ਜੋ ਮਿਲੀ ਭੁਗਤ ਨਾਲ ਪੈਸਾ ਖਾ ਰਹੇ ਹੋ, ਤੁਸੀਂ ਕਿਉਂ ਸੰਤੁਸ਼ਟ ਨਹੀਂ ਹੋ? ਮੈਂ ਜੀ ਇਸ ਕਰਕੇ ਸੰਤੁਸ਼ਟ ਨਹੀਂ, ਕਿਉਂਕਿ ਮੈਂ ਗੱਲਾਂ ਬਾਤਾਂ ਵਿੱਚ ਪਹਿਲਾਂ 3-4 ਮਹੀਨੇ ਕੱਢੇ, ਇਹਨਾਂ ਨੂੰ ਗੱਲਾਂ ਬਾਤੀ ਦੱਸਦਾ ਰਿਹਾ, ਐਂ ਕਰਦਾ ਰਿਹਾ। ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਕੋਈ ਹੱਲ ਨਹੀਂ ਹੋਣਾ, ਮੈਂ ਸਾਲ ਤੋਂ ਪੂਰਾ ਕਾਗਜ਼ੀ ਕਾਰਵਾਈ 'ਚ ਚੱਲ ਰਿਹਾ। ਹੁਣ ਵੀ ਅੱਜ ਵੀ ਜੋ ਦਿੱਤਾ ਹੈ, ਆਹ ਦੇਖੋ ਮੰਗ ਪੱਤਰ ਦਿੱਤਾ, ਇਸੇ ਕਰਕੇ ਵੀ ਇਸ ਨੂੰ ਕੈਂਸਲ ਕਰਿਆ ਜਾਵੇ। ਸਾਡੀ ਪੂਰੀ ਇਨਵੋਲਵ ਹੋਣੀ ਚਾਹੀਦੀ, ਉਹਦੇ ਵਿੱਚ ਸਹੀ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਤਾਂ ਕਿ ਜੋ ਸਾਨੂੰ ਵਿਕਾਸ ਦਾ ਕੰਮ ਆ ਜੋ ਵਧੀਆ ਤਰੀਕੇ ਨਾਲ ਹੋ ਸਕੇ। ਸਰ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਜੋ ਪੌਣੇ 2 ਸਾਲ ਦੇ ਲਗਭਗ ਦਾ ਸਮਾਂ ਹੋ ਚੁੱਕਿਆ ਹੈ ਮੋਰਿੰਡਾ ਦੇ ਵਿੱਚ ਜੋ ਨਗਰ ਕੌਂਸਲ ਦੀ ਚੋਣ ਹੋਈ ਨੂੰ, ਉਸ ਤੋਂ ਬਾਅਦ ਹੈ ਜੋ ਪ੍ਰਧਾਨ ਜਾਂ ਵਾਈਸ ਪ੍ਰਧਾਨ ਦੀ ਚੋਣ ਰੁਕੀ ਹੋਈ ਆ। ਕੀ ਤੁਸੀਂ ਇਹ ਜੋ ਪ੍ਰਧਾਨ ਔਰ ਵਾਈਸ ਪ੍ਰਧਾਨ ਦੀ ਚੋਣ ਹੈ ਇਸ ਨੂੰ ਵੀ ਕੁਝ ਦੋਸ਼ੀ ਮੰਨਦੇ ਹੋ ਵਿਕਾਸ ਕਾਰਜ ਵਿੱਚ? ਬਿਲਕੁਲ ਜੀ, ਅਫਸਰ ਇਸੇ ਚੀਜ਼ ਦਾ ਨਜਾਇਜ਼ ਫਾਇਦਾ ਲੈ ਰਹੇ ਆ ਵੀ ਇਹਨਾਂ ਦਾ ਨਗਰ ਕੌਂਸਲ ਦਾ ਪ੍ਰਧਾਨ ਨਹੀਂ ਬਣਿਆ। ਤੇ ਸਾਡੀ ਇੱਕ ਵਾਰੀ ਜਦੋਂ ਬੇਸ਼ੱਕ ਸਟੇ ਹੋਈ ਹੈ ਮੇਨ ਪ੍ਰਧਾਨਗੀ ਤੇ ਵਾਈਸ ਪ੍ਰਧਾਨ ਵਾਸਤੇ ਅਸੀਂ ਕਈ ਵਾਰੀ ਜੋ ਰਜਮਾਈ ਕਰੀ ਹੈ, ਇੱਕ ਵਾਰੀ ਸਾਡੀ ਕੈਂਸਲ ਹੋ ਗਈ, ਦੁਬਾਰੇ ਅਸੀਂ ਫੇਰ ਰੱਖ ਰਹੇ ਹਾਂ। ਸਾਡੇ ਸਾਰੇ ਟੱਚ 'ਚ ਆ ਪੂਰੇ MC
ਔਰ ਸਾਡਾ ਬਹੁਮਤ ਨਾਲੇ ਵਧੀਆ ਤਰੀਕੇ ਨਾਲ ਅਸੀਂ ਪ੍ਰਧਾਨ ਚੁਣ ਕੇ ਵਧੀਆ ਵਿਕਾਸ ਕਰਾਵਾਂਗੇ। ਪਰ ਉਹਨਾਂ ਚਿਰ ਅਫਸਰਾਂ ਨੂੰ ਇਹ ਹੈ ਵੀ ਇਹਨਾਂ ਦਾ ਨਾ ਚੁਣ ਹੋਵੇ, ਇਹ ਲੜਾ ਕੇ ਰਾਜੀ ਆ ਵੀ ਤਾਂ ਕਿ ਜੋ ਸਾਡਾ ਸਿੱਕਾ ਇਹਨਾਂ ਦਾ ਚੱਲਦਾ ਰਹੇ। ਆਹੀ ਕਮੀ ਹੈ ਮਹਿਸੂਸ ਕਰ ਰਹੇ ਹਾਂ ਅਸੀਂ। ਜਿਹੜੇ ਕਾਉਂਸਲਰ ਹਨ ਇਹ ਕਦੋਂ ਤੱਕ ਵਾਈਸ ਪ੍ਰਧਾਨ ਦੀ, ਜੋ ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਮੋਰਿੰਡੇ ਦੇ ਵਿੱਚ ਇੱਕ ਵਾਈਸ ਪ੍ਰਧਾਨ ਦੀ ਹੈ ਜੋ ਚੋਣ ਕੀਤੀ ਜਾਵੇਗੀ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਮੋਰਿੰਡੇ ਦੇ ਜਿਹੜੇ ਆਪਣੇ ਨਾਗਰਿਕਾਂ ਨੂੰ ਉਹਨਾਂ ਨੂੰ ਕਦੋਂ ਤੱਕ ਇਹ ਜੋ ਵਾਈਸ ਪ੍ਰਧਾਨ ਦੀ ਕੋਈ ਅਹੁਦਾ ਦੇਖਣ ਨੂੰ ਮਿਲੂਗਾ? ਤਕਰੀਬਨ ਮੇਰੇ ਖਿਆਲ 'ਚ ਅਸੀਂ ਪ੍ਰੋਸੈਸ ਸ਼ੁਰੂ ਕਰਿਆ ਹੋਇਆ। 1 ਮਹੀਨੇ ਦੇ ਵਿੱਚ ਅਸੀਂ ਨਗਰ ਕੌਂਸਲ ਦਾ ਜੋ ਵਾਈਸ ਪ੍ਰਧਾਨ ਆ ਚੁਣ ਕੇ ਸਾਡੀ ਸੀਟ ਤੇ ਬੈਠੂਗਾ ਤਾਂ ਕਿ ਵਧੀਆ ਵਿਕਾਸ ਹੋਵੇ। ਇਹ ਜ਼ਰੂਰ ਨਹੀਂ ਵੀ ਮੈਂ ਬਣਨਾ ਜਾਂ ਕਿਸੇ ਹੋਰ ਨੇ ਬਣਨਾ, ਸਾਨੂੰ ਤਾਂ ਇਹ ਵੀ ਕੋਈ ਇਮਾਨਦਾਰ ਆਵੇ, ਵਧੀਆ ਰਲ ਮਿਲ ਕੇ ਵਧੀਆ ਤਰੀਕੇ ਨਾਲ ਅਸੀਂ ਕੰਮ ਕਰ ਸਕੀਏ। ਇੱਕ ਸ਼ਹਿਰ ਨਿਵਾਸੀਆਂ ਵਿੱਚ ਹੋਰ ਬਹੁਤ ਵੱਡੀ ਗੱਲ ਚੱਲ ਰਹੀ ਹੈ ਕਿ ਸਾਰਾ ਜੋ ਸ਼ਹਿਰ ਹੈ ਪੁੱਟਿਆ ਹੋਇਆ ਹੈ। ਪਿਛਲੇ 1 ਸਾਲ ਤੋਂ ਲਗਭਗ ਕੋਈ ਪਾਣੀ ਦੀ ਵਿਵਸਥਾ ਨਹੀਂ ਹੈ, ਨਿਕਲਣ ਦੀ ਟੈਲਾਂ ਵਗੈਰਾ ਇੰਟਰਲੋਕ ਸਾਰੇ ਸ਼ਹਿਰ ਦੀਆਂ ਪੁੱਟੀਆਂ ਹੋਈਆਂ ਹਨ। ਕੋਈ ਠੇਕੇਦਾਰ ਦਾ ਟਾਈਮ ਨਹੀਂ ਹੈ ਕਿ ਕਦੋਂ ਤੱਕ ਜਿਹੜਾ ਇਹ ਪੂਰਾ ਹੋਊਗਾ, ਜਿਹੜਾ ਕੰਮ ਸੀਵਰੇਜ ਦਾ ਚੱਲ ਰਿਹਾ ਹੈ। ਤੁਸੀਂ ਇਸ ਦੇ ਸੰਬੰਧ ਵਿੱਚ ਤੁਹਾਨੂੰ ਕੋਈ ਜਾਣਕਾਰੀ ਹੋਊਗੀ ਉਹ ਸਾਡੇ ਸ਼ਹਿਰ ਨਿਵਾਸੀਆਂ ਨਾਲ ਸਾਂਝੀ ਕਰੋ। ਮੈਂ ਜਿਹੜਾ ਸੀਵਰੇਜ ਦਾ ਕੰਮ ਆ ਉਹਦੇ ਬਾਰੇ ਮੈਂ RTI ਪਾਈ ਸੀ ਅਤੇ RTI ਦੇ ਵਿੱਚ 3 ਮਹੀਨੇ ਦਾ ਟਾਈਮ ਆ ਵੀ ਸੀਵਰੇਜ ਦਾ ਕੰਮ ਕੰਪਲੀਟ ਕਰਨ ਨੂੰ ਜਦੋਂ ਵੀ ਸ਼ੁਰੂ ਹੋ ਜਾਵੇ। ਪਰ ਉਹਦੇ ਵਿੱਚ ਜੇ ਕਿਸੇ ਦੀ ਟੂਟੀ, ਕਿਸੇ ਦੀ ਸਲੈਬ ਟੁੱਟ ਗਈ ਤਾਂ ਸੀਵਰੇਜ ਬੋਰਡ ਦੇ ਠੇਕੇਦਾਰਾਂ ਨੇ ਕੰਮ ਕਰਨਾ ਹੁੰਦਾ, ਪਰ ਉਹ ਬਿਲਕੁਲ ਨਹੀਂ ਕਰ ਰਹੇ। ਲੋਕਾਂ ਦਾ ਨੁਕਸਾਨ ਹੋ ਰਿਹਾ। ਲੋਕਾਂ ਨੂੰ ਆਪ ਜੇ ਮੰਨ ਲਓ ਕਿਸੇ ਦੇ ਘਰ ਸੀਵਰੇਜ ਪੱਟ ਹੋ ਰਹੀ ਘਰ ਮੂਹਰੇ ਤਾਂ ਲੋਕਾਂ ਨੂੰ 1000 2-2000 ਰੁਪਏ ਲਾ ਕੇ ਟੂਟੀਆਂ ਦਾ ਕੰਮ ਹੋਰ ਖੱਜਲ ਖੁਆਰੀ ਹੋ ਰਹੀ ਆ। ਪ੍ਰਸ਼ਾਸਨ ਨੇ ਜਿਹੜੇ ਠੇਕੇਦਾਰਾਂ ਨਾਲ ਮਿਲੀ ਭੁਗਤ ਆ ਇਹਨਾਂ ਦੀ, ਸੀਵਰੇਜ ਬੋਰਡ ਦੇ ਅਫਸਰਾਂ ਦੀ ਪੂਰੀ ਮਿਲੀ ਭੁਗਤ ਹੈ। ਇਹਦੇ ਨਾਲ ਇਹਨਾਂ ਨੇ ਕੰਮ ਆ ਜੋ ਗੰਦਾ ਕਰਿਆ ਹੋਇਆ। ਸਰ ਇੱਕ ਤੁਸੀਂ ਦੱਸਿਆ ਸੀ ਕਿ ਨਗਰ ਕੌਂਸਲ ਦਾ ਜੋ ਲੈਂਟਰ ਵਗੈਰਾ ਪੈ ਰਿਹਾ ਸੀ ਉਸ ਵਿੱਚ ਵੀ ਜੋ ਸੀਮੈਂਟ ਹੈ ਉਹ ਬਹੁਤ ਘਟੀਆ ਪੱਧਰ ਦਾ ਵਰਤਿਆ ਜਾ ਰਿਹਾ ਸੀ। ਉਹ ਫਿਰ ਉਸ ਦਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਉਸ ਦਾ ਕੀ ਅੱਗੇ ਇਨਕੁਆਇਰੀ ਹੋਈ ਆ, ਕੋਈ ਕੀ ਬਣਿਆ ਜੀ? ਉਹ ਜੀ ਲੈਂਟਰ ਉੱਥੇ ਦਾ ਉੱਥੇ ਖੜਾ, ਪਤਾ ਨਹੀਂ ਕਿਆ ਮਿਲੀ ਭੁਗਤ। ਅਫਸਰਾਂ ਨੇ ਵੀ ਚੈਕਿੰਗ ਕਰੀ ਆ, ਕਿਆ ਕਰਿਆ, ਮੁੜ ਕੇ ਕੋਈ ਗੱਲਬਾਤ ਨਹੀਂ ਹੋਈ। ਲੈਂਟਰ ਉਸ ਤਰ੍ਹਾਂ ਖੜਾ। ਕਿਤੇ ਮੈਨੂੰ ਤਾਂ ਲੱਗਦਾ ਵੀ ਕਿਤੇ ਹਨੇਰੇ ਸਨੇਰੇ ਇਹਨਾਂ ਨੇ ਪਾ ਕੇ ਉਸਦੇ ਪਰ ਪਰਦਾ ਪਾ ਦੇਣਾ। ਕਿਆ ਮਿਲੀ ਭੁਗਤ ਹੋਣੀ, ਕਿਆ ਨਹੀਂ, ਉਹਦਾ ਖਮਿਆਜਾ ਦੇਖੋ ਦੁਕਾਨਦਾਰਾਂ ਨੂੰ ਭੁਗਤਣਾ ਪੈਣਾ। ਕਿਤੇ ਲੈਂਟਰ ਚੋਊਗਾ ਜਾਂ ਗਿਰਨੇ ਦੀ ਹੋਵੇ, ਬਿਲਡਿੰਗ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ। ਇੱਟਾਂ ਉੱਟਾਂ ਜੋ ਵੀ ਸੀਮੈਂਟ ਲੱਗਿਆ ਸਾਰਾ ਇੱਕ ਤਰ੍ਹਾਂ ਦਾ ਘਟੀਆ ਮਟੀਰੀਅਲ ਆ। ਜੋ ਪੁਰਾਣਾ ਜੇਈ ਸੀਗਾ ਉਹਦਾ ਪਾਸ ਕਰਿਆ ਤਾਂ ਮਨਜੀਤ ਸਿੰਘ ਦਾ, ਔਰ ਅਸ਼ੋਕ ਪਥਰੀਆ ਜੋ EO ਸਾਹਿਬ ਸੀ, ਇਹਨਾਂ ਨੇ ਪੂਰੀ ਉਰੇ 'ਤੇ ਘਪਲੇਬਾਜ਼ੀ ਕਰਕੇ ਮੋਰਿੰਡੇ ਨੂੰ ਲੁੱਟ ਕੇ ਲੈ ਕੇ ਗਏ ਆ, ਜਿਹਦਾ ਖਮਿਆਜਾ ਸਾਨੂੰ ਮੋਰਿੰਡੇ ਦੀ ਬੜ ਵਾਸੀਆਂ ਨੂੰ ਭੁਗਤਣਾ ਪੈ ਰਿਹਾ। ਸਰ ਜਦੋਂ EO ਸਾਹਿਬ ਉਰੇ ਅਸ਼ੋਕ ਪਥਰੀਆ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਘਪਲੇਬਾਜ਼ੀ ਕੀਤੀ ਹੈ, ਜੋ ਕੁਝ ਵੀ ਹੋਇਆ ਉਦੋਂ ਤੁਸੀਂ ਵੀ ਕਾਉਂਸਲਰ ਸੀ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਸਮੇਂ ਵਿੱਚ, ਉਦੋਂ ਤੁਸੀਂ ਇਹ ਆਵਾਜ਼ ਕਿਉਂ ਨਹੀਂ ਉਠਾਈ ਜੀ? ਮੈਂ ਉਦੋਂ ਤੋਂ ਹੀ ਆਵਾਜ਼ ਉਠਾਉਣਾ ਜੀ। ਪਹਿਲਾਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਮੂੰਹ ਜਵਾਨੀ ਗੱਲਾਂ ਕਰਦਾ ਤਾ। ਜਦੋਂ ਉਹਦੇ ਪਰ ਕੋਈ ਕਾਰਵਾਈ ਨਹੀਂ ਹੋਈ ਮੈਂ ਮੁੜ ਕੇ ਕਾਗਜ਼ੀ ਕਾਰਵਾਈ 'ਚ ਪੈ ਗਿਆ। ਕਾਗਜ਼ੀ ਕਾਰਵਾਈ ਤੋਂ ਇਹਨਾਂ ਨੂੰ ਨਾ ਇੱਕ ਤਰ੍ਹਾਂ ਦੀ ਇਹ ਚਾਰਟ ਲੱਗੀ ਹੋਈ ਹੈ। ਜਿਹੜੀ ਚਾਰਟ ਲੱਗੀ ਹੈ ਉਹ ਹੌਲੀ ਹੌਲੀ ਇਹਨਾਂ ਦੀ ਲੋਟ ਆਊਗੀ। ਇਹ ਇਹਨਾਂ ਦੀ ਸਾਰੀ ਜੋ ਗੱਠ ਮਿੱਠਾ ਅਫਸਰਾਂ ਦੀ, ਠੇਕੇਦਾਰਾਂ ਦੀ, ਇਹ ਮੈਂ ਇਸੇ ਕਰਕੇ ਮੰਗ ਕਰ ਰਿਹਾ ਸਰਕਾਰ ਨੂੰ ਜੋ ਆਮ ਆਦਮੀ ਪਾਰਟੀ ਦੀ ਆ ਵੀ ਘੱਟੋ ਘੱਟ ਜੇ ਹੋਰ ਨਹੀਂ ਕੁਛ ਮੋਰਿੰਡੇ ਦੀ ਪੂਰੀ ਚੈਕਿੰਗ ਕਰੀ ਜਾਵੇ। ਜੇ ਇਹਨਾਂ ਨੇ ਪਿਛਲੇ ਟਾਈਮ 'ਚ ਵੀ ਕਿਆ ਕਰਿਆ ਅਤੇ ਹੁਣ ਵੀ ਕਿਆ ਚੱਲ ਰਿਹਾ ਇਸ। ਸਰ ਮੋਰਿੰਡੇ ਵਿੱਚ ਵੀ ਹੈ ਜੋ ਉਰੇ ਆਪਣੇ ਡਾਕਟਰ MLA ਸਾਹਿਬ ਹਨ ਡਾਕਟਰ ਚਰਨਜੀਤ, ਉਹ ਵੀ ਵਿਕਾਸ ਕਾਰਜਾਂ ਦੀ ਪੂਰੀ ਨਿਗਰਾਨੀ ਕਰਦੇ ਹਨ। ਤੁਸੀਂ ਉਹਨਾਂ ਕੋਲ ਕੋਈ ਸ਼ਿਕਾਇਤ ਨਹੀਂ ਕਰੀ ਇਸ ਦੇ ਸੰਬੰਧ ਵਿੱਚ, ਜਿਸ ਤਰ੍ਹਾਂ ਕਿ ਬੇਨੀਮੀਆਂ ਪਾਈਆਂ ਜਾਂਦੀਆਂ ਹਨ? ਉਹਨਾਂ ਕੋਲ ਵੀ ਇੱਕ ਗੱਲ ਅਸੀਂ ਆਪਣਾ ਬਸੀ ਰੋਡ 'ਤੇ ਜੋ ਟਾਈਲਾਂ ਦਾ ਕੰਮ ਆ ਵਾਰਡ ਵਾਸੀਆਂ ਨੇ ਆ ਕੇ ਉਹ ਧਰਨਾ ਦਿੱਤਾ ਤਾਂ ਉਹਦੇ ਸੰਬੰਧ 'ਚ MLA ਸਾਹਿਬ ਨੂੰ ਵੀ ਅਸੀਂ ਇੱਕ ਲੈਟਰ ਦਿੱਤਾ ਉੱਦਣ। ਮੁੜ ਕੇ ਉਹਨਾਂ ਨੇ ਕੋਈ ਹਿਲਜੁਲ ਹਲੇ ਹੋਈ ਨਹੀਂ ਲੱਗਦੀ ਉਹਦੇ ਵਿੱਚ। ਸਾਨੂੰ ਤਾਂ ਦੇਖੋ ਆਮ ਆਦਮੀ ਪਾਰਟੀ ਅਤੇ ਡਾਕਟਰ ਚਰਨਜੀਤ ਚੰਨੀ ਜਿਹੜੇ ਆ ਜੀ, ਸਾਡੀ ਇਹੀ ਮੰਗ ਹੈ ਇਹਨਾਂ ਨੂੰ ਵੀ ਜਿਵੇਂ ਤੁਸੀਂ ਵੋਟਾਂ ਤੋਂ ਪਹਿਲਾਂ ਵੀਡੀਓ ਪਾ ਦਿੰਦੇ ਤੇ ਹਰ ਇੱਕ 'ਤੇ ਲਾਈਵ ਹੋ ਜਾਂਦੇ ਤੇ ਹੁਣ ਵੀ ਉਸੇ ਤਰ੍ਹਾਂ ਪ੍ਰੋਸੈਸ ਰੱਖੋ, ਕਿਉਂਕਿ ਸਰਕਾਰ ਆਪਣੀ ਹੈ। ਜੇ ਆਪਣੀ ਸਰਕਾਰ 'ਚ ਨਹੀਂ ਅਸੀਂ ਲਾਈਵ ਹੋਵਾਂਗੇ ਹੋਰ ਕਦੋਂ ਹੋਵਾਂਗੇ? ਇਹ ਸੀ ਸਾਡੇ ਨਾਲ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਮੈਂ 5 ਤੋਂ 6 ਵਾਰ ਮੋਰਿੰਡੇ ਦੇ ਵਿੱਚ ਹੋ ਰਹੀਆਂ ਬੇਨੀਮੀਆਂ ਅਤੇ ਘਟੀਆ ਵਿਕਾਸ ਕਾਰਜਾਂ ਦੇ ਸੰਬੰਧ ਵਿੱਚ SDM ਸਾਹਿਬ, DC ਰੂਪਨਗਰ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਵਿਜੀਲੈਂਸ ਜਾਂਚ ਦੀ ਮੰਗ ਦੇ ਲਈ ਮੰਗ ਪੱਤਰ ਦੇ ਚੁੱਕਾ ਹਾਂ, ਪਰ ਉਸ ਦੇ ਉੱਪਰ ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ। ਇਹਨਾਂ ਨੇ ਕਿਹਾ ਕਿ ਜਿਵੇਂ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਹੁਤ ਹੀ ਇਮਾਨਦਾਰ ਸਰਕਾਰ ਹੈ। ਇਹਨਾਂ ਦਾ ਕਹਿਣਾ ਹੈ ਕਿ ਉਰੇ ਮੋਰਿੰਡੇ ਦੇ ਵਿੱਚ ਜੋ ਮਿਊਨਿਸਪਲ ਕੌਂਸਲ ਹੈ ਇਸ ਵਿੱਚ ਬਹੁਤ ਹੀ ਬੇਨੀਮੀਆਂ ਹੋ ਰਹੀਆਂ ਹਨ ਅਤੇ ਇੱਥੇ ਦੇ ਜੋ EO ਹਨ ਕਾਰਜ ਸਾਧਕ ਅਫਸਰ ਸੀ ਪੁਰਾਣੇ, ਉਹ ਵੀ ਬਹੁਤ ਜ਼ਿਆਦਾ ਉਰੇ ਕਰਪਸ਼ਨ ਕਰਕੇ ਉਰੇ ਤੋਂ ਬਦਲੀ ਕਰਵਾ ਕੇ ਚਲੇ ਗਏ ਹਨ।
ਚਲੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਰੇ ਜੋ ਭ੍ਰਿਸ਼ਟਾਚਾਰ ਹੋਇਆ ਉਸ ਦੇ ਉੱਪਰ ਕੋਈ ਸਰਕਾਰੀ ਟੀਮ ਐਕਸ਼ਨ ਲੈਂਦੀ ਹੈ ਜਾਂ ਇਹਨਾਂ ਦੇ ਜੋ ਮੰਗ ਪੱਤਰ ਦਿੱਤੇ ਹਨ ਵਿਜੀਲੈਂਸ ਜਾਂਚ ਦੇ ਲਈ ਉਸ ਦੇ ਉੱਪਰ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ। ਜੁੜੇ ਰਹੋ ਲੋਕ ਮਸਲੇ ਚੈਨਲ ਦੇ ਨਾਲ। ਧੰਨਵਾਦ।